Good morning, students. Today's our topic, fifth chapter, the gift of the Maggie. Firstly, we will read its introduction, after that, summary, and after that, I will tell you which question you have to learn. Start its introduction. The gift of the Maggie is one of the most famous stories by O. Henry. ਇਹ ਜੋ ਸਟੋਰੀ ਹੈ ਦ ਗਿਫਟ ਆਫ ਦਾ ਮੈਗੀ, ਇਹ ਓ ਹੈਨਰੀ ਉਹਨਾਂ ਦੀ ਲਿਖੀਆਂ ਹੋਈਆਂ ਕੁਝ ਫੇਮਸ ਸਟੋਰੀਜ਼ ਦੇ ਵਿੱਚੋਂ ਇੱਕ ਕਹਾਣੀ ਹੈ। ਇਟ ਡਿਸਕ੍ਰਾਈਬਸ ਅ ਸਟ੍ਰੇਂਜ ਇਨਸੀਡੈਂਟ ਇਨ ਦ ਲਾਈਫ ਆਫ ਅ ਪੂਅਰ ਯੰਗ ਕਪਲ, ਜਿਮ ਐਂਡ ਡੇਲਾ। ਇੱਕ ਬਹੁਤ ਹੀ ਗਰੀਬ ਕਪਲ ਹੈ ਜਿਮ ਔਰ ਡੇਲਾ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਸਟ੍ਰੇਂਜ ਇਨਸੀਡੈਂਟਸ ਹੁੰਦੇ ਨੇ ਉਹਨਾਂ ਨੂੰ ਇਸ ਕਹਾਣੀ ਵਿੱਚ ਡਿਸਕ੍ਰਾਈਬ ਕੀਤਾ ਗਿਆ। Both the husband and wife parted with their most precious treasure for each other. ਦੋਨੋਂ ਹੀ ਹਸਬੈਂਡ ਔਰ ਵਾਈਫ ਇੱਕ ਦੂਜੇ ਲਈ ਆਪਣੀ ਸਭ ਤੋਂ ਵੈਲਿਊਏਬਲ ਚੀਜ਼ ਨੂੰ ਸੈਕਰੀਫਾਈਸ ਕਰਦੇ ਨੇ। ਬਟ ਸੂਨ ਇਟ ਵਾਜ਼ ਡਿਸਕਵਰਡ ਦੈਟ ਦੇਅਰ ਸੈਕਰੀਫਾਈਸ ਹੈਡ ਬੀਨ ਇਨ ਵੇਨ। ਬਟ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜੋ ਉਹਨਾਂ ਨੇ ਇੱਕ ਦੂਜੇ ਲਈ ਸੈਕਰੀਫਾਈਸ ਕੀਤਾ ਹੈ ਉਸ ਦਾ ਕੋਈ ਫਾਇਦਾ ਨਹੀਂ। ਨਾਓ ਸਮਰੀ। ਜਿਮ ਐਂਡ ਡੇਲਾ ਲਵਡ ਈਚ ਅਦਰ ਡੀਪਲੀ। ਜਿਮ ਔਰ ਡੇਲਾ ਇੱਕ ਦੂਸਰੇ ਨੂੰ ਬਹੁਤ ਪਿਆਰ ਕਰਦੇ ਨੇ, ਬਹੁਤ ਜ਼ਿਆਦਾ। ਡੇਲਾ ਵਾਂਟਡ ਟੂ ਗਿਵ ਅ ਗਿਫਟ ਟੂ ਹਰ ਹਸਬੈਂਡ ਔਨ ਕ੍ਰਿਸਮਸ ਵਿਚ ਫੈਲ ਔਨ ਦਾ ਨੈਕਸਟ ਡੇ। ਡੇਲਾ ਚਾਹੁੰਦੀ ਹੈ ਕਿ ਉਹ ਆਪਣੇ ਹਸਬੈਂਡ ਨੂੰ ਕ੍ਰਿਸਮਸ 'ਤੇ ਇੱਕ ਪ੍ਰੈਜ਼ੈਂਟ ਦੇਵੇ ਜੋ ਕਿ ਅਗਲੇ ਹੀ ਦਿਨ ਹੈ। ਸ਼ੀ ਹੈਡ ਓਨਲੀ $1.87 ਬਟ ਉਹਦੇ ਕੋਲੇ ਸਿਰਫ $1 ਔਰ 87 ਸੈਂਟਸ ਹੀ ਨੇ। ਸ਼ੀ ਹੈਡ ਬੀਨ ਸੇਵਿੰਗ ਐਵਰੀ ਪੈਨੀ ਸ਼ੀ ਕੁਡ ਫॉर ਮੰਥਸ। ਕੁਛ ਮਹੀਨਿਆਂ ਤੋਂ ਉਹ ਜਿੰਨਾ ਵੀ ਸੇਵਿੰਗਸ ਕਰ ਸਕਦੀ ਸੀ ਉਹ ਸੇਵ ਕਰ ਰਹੀ ਸੀ। ਦਿਸ ਵਾਜ਼ ਦਾ ਰਿਜ਼ਲਟ। $1.87 ਇਸੇ ਦਾ ਹੀ ਰਿਜ਼ਲਟ ਹੈ ਜੋ ਉਸਨੇ ਕੁਛ ਮਹੀਨਿਆਂ ਤੋਂ ਸੇਵਿੰਗ ਕੀਤੀ ਹੈ। ਸ਼ੀ ਹੈਡ ਸਪੈਂਟ ਮੈਨੀ ਏ ਹੈਪੀ ਆਰ ਪਲੈਨਿੰਗ ਫॉर ਸਮਥਿੰਗ ਨਾਈਸ ਫॉर ਹਿਮ। ਉਸਨੇ ਕਾਫੀ ਟਾਈਮ ਤੋਂ ਉਹਦੇ ਲਈ ਪਲੈਨਿੰਗ ਕੀਤੀ ਹੋਈ ਸੀ ਕਿ ਉਹ ਉਹਦੇ ਨਾਲ ਕ੍ਰਿਸਮਸ 'ਤੇ ਬਹੁਤ ਅੱਛਾ ਟਾਈਮ ਸਪੈਂਡ ਕਰੂਗੀ। ਡੈਲਾ ਗੋਟ ਅਪ ਐਂਡ ਸਟੂਡ ਬਿਫੋਰ ਦਾ ਲੁਕਿੰਗ ਗਲਾਸ। ਅਗਲੇ ਦਿਨ ਡੇਲਾ ਜਦੋਂ ਸੁਬਹ ਜਾਗੀ ਔਰ ਸ਼ੀਸ਼ੇ ਦੇ ਅੱਗੇ ਖੜੀ ਸੀ। ਸ਼ੀ ਪੁਲਡ ਡਾਊਨ ਹਰ ਹੇਅਰ ਐਂਡ ਲੈਟ ਇਟ ਫॉल ਟੂ ਇਟਸ ਫੁੱਲ ਲੈਂਥ। ਉਸਨੇ ਆਪਣੇ ਬਾਲ ਖੋਲ੍ਹੇ ਔਰ ਜਿੰਨੀ ਲੈਂਥ ਤੱਕ ਉਹ ਨੀਚੇ ਜਾ ਸਕਦੇ ਸਨ ਉਸਨੇ ਜਾਣ ਦਿੱਤੀ। ਜਿਮ ਵਾਜ਼ ਵੈਰੀ ਪ੍ਰਾਊਡ ਆਫ ਹਰ ਹੇਅਰ ਐਗਜ਼ੈਕਟਲੀ ਇਨ ਦਾ ਵੇ ਡੇਲਾ ਵਾਜ਼ ਪ੍ਰਾਊਡ ਆਫ ਹਿਜ਼ ਵਾਚ that had come down to him from his father and grandfather. ਜਿਮ ਨੂੰ ਡੇਲਾ ਦੇ ਬਾਲਾਂ ਦੇ ਉੱਤੇ ਬਹੁਤ ਪ੍ਰਾਊਡ ਸੀ। ਉਸੇ ਤਰ੍ਹਾਂ ਡੇਲਾ ਨੂੰ ਜਿਮ ਦੀ ਵਾਚ ਦੇ ਉੱਤੇ ਜੋ ਕਿ ਉਸਦੇ ਫਾਦਰ ਔਰ ਗ੍ਰੈਂਡਫਾਦਰ ਦਾ ਗਿਫਟ ਸੀ ਜਿਮ ਦੇ ਕੋਲ। ਡੇਲਾਜ਼ ਬਿਊਟੀਫੁਲ ਹੇਅਰ ਰੀਚਡ ਬਿਲੋ ਹਰ ਨੀਜ਼। ਉਸਦੇ ਜੋ ਸੋਹਣੇ ਵਾਲ ਸੀ ਉਹ ਉਹਦੇ ਗੋਡਿਆਂ ਤੋਂ ਵੀ ਨੀਚੇ ਤੱਕ ਜਾਂਦੇ ਸਨ। ਐਂਡ ਮੇਡ ਇਟ ਸੈਲਫ ਆਲਮੋਸਟ ਅ ਗਾਰਮੈਂਟ ਫॉर ਹਰ। ਔਰ ਇੱਕ ਤਰ੍ਹਾਂ ਨਾਲ ਉਹਦੇ ਲਈ ਇੱਕ ਗਹਿਣੇ ਦਾ ਕੰਮ ਕਰਦੇ ਸਨ। ਸ਼ੀ ਡਿਸਾਈਡਡ ਟੂ ਸੈਲ ਇਟ। ਜਿਮ ਲਈ ਗਿਫਟ ਖਰੀਦਣ ਲਈ ਉਸਨੇ ਆਪਣੇ ਬਾਲਾਂ ਨੂੰ ਵੇਚਣ ਦਾ ਡਿਸਾਈਡ ਕੀਤਾ। ਡੈਲਾ ਗੋਟ ਰੈਡੀ। ਡੈਲਾ ਤਿਆਰ ਹੋਈ। ਲੈਫਟ ਦਾ ਹਾਊਸ ਐਂਡ ਰੀਚਡ ਦਾ ਸ਼ੋਪ ਆਫ ਮੈਡਮ ਸੋਫਰੋਨੀ। ਔਰ ਮੈਡਮ ਸੋਫਰੋਨੀ ਦੀ ਸ਼ੋਪ 'ਤੇ ਪਹੁੰਚੀ। ਮੈਡਮ ਸੋਫਰੋਨੀ ਵਾਜ਼ ਅ ਡੀਲਰ ਇਨ ਹੇਅਰ ਗੁੱਡਸ। ਮੈਡਮ ਸੋਫਰੋਨੀ ਹੇਅਰ ਗੁੱਡਸ ਖਰੀਦਣ ਦੀ ਡੀਲਰ ਸੀ। ਸ਼ੀ ਆਫਰਡ ਹਰ $20 ਵਿਚ ਡੇਲਾ ਐਕਸੈਪਟਡ ਰੀਡਲੀ। ਉਸਨੇ ਡੇਲਾ ਨੂੰ $20 ਆਫਰ ਕੀਤੇ ਔਰ ਡੇਲਾ ਨੇ ਉਸਦੀ ਗੱਲ ਨੂੰ ਮੰਨ ਲਿਆ। ਆਫਟਰ ਹਰ ਹੇਅਰ ਵਾਜ਼ ਕੱਟ। ਜਦ ਉਸਦੇ ਬਾਲ ਕੱਟ ਕੀਤੇ ਗਏ ਸ਼ੀ ਵੈਂਟ ਆਊਟ ਇਨ ਸਰਚ ਆਫ ਅ ਗਿਫਟ ਫॉर ਜਿਮ। ਉਹ ਪੈਸੇ ਲੈ ਕੇ ਜਿਮ ਲਈ ਗਿਫਟ ਖਰੀਦਣ ਲਈ ਚਲੀ ਗਈ।
ਐਟ ਲਾਸਟ ਸ਼ੀ ਫਾਊਂਡ ਇਟ ਆਊਟ। ਅਖੀਰ 'ਚ ਉਸਨੂੰ ਇੱਕ ਗਿਫਟ ਮਿਲਿਆ। ਇਟ ਵਾਜ਼ ਅ ਬਿਊਟੀਫੁਲ ਗੋਲਡ ਵਾਚ ਚੇਨ ਵਿਚ ਕੋਸਟ ਹਰ $21। ਇਹ ਇੱਕ ਬਹੁਤ ਹੀ ਸੋਹਣੀ ਸੋਨੇ ਦੀ ਵਾਚ ਚੇਨ ਸੀ ਜਿਸ ਦੀ ਕੀਮਤ $21 ਸੀ। ਦ ਚੇਨ ਵਾਜ਼ ਰੀਅਲੀ ਵਰਦੀ ਆਫ ਜਿਮਸ ਵਾਚ। ਇਹ ਬਿਲਕੁਲ ਜਿਮ ਦੀ ਵਾਚ ਦੇ ਲਈ ਬਣੀ ਹੋਈ ਸੀ। ਵੈਨ ਡੇਲਾ ਰੀਚਡ ਹੋਮ, ਜਦੋਂ ਘਰ ਪਹੁੰਚੀ, ਸ਼ੀ ਲੁਕਡ ਐਟ ਹਰ ਰਿਫਲੈਕਸ਼ਨ ਇਨ ਦ ਮਿਰਰ ਫॉर ਅ ਲੌਂਗ ਟਾਈਮ। ਕਾਫੀ ਦੇਰ ਲਈ ਉਸਨੇ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਵੇਖਿਆ। ਸ਼ੀ ਵਾਜ਼ ਫਿਲਡ ਵਿਦ ਫੀਅਰ ਲੈਸਟ ਜਿਮ ਸ਼ੁੱਡ ਬੀ ਐਂਗਰੀ ਵਿਦ ਹਰ। ਹੁਣ ਉਹ ਡਰ ਚੁੱਕੀ ਸੀ ਕਿ ਜਿਮ ਉਸ ਨਾਲ ਗੁੱਸਾ ਹੋਏਗਾ। ਵੈਨ ਸ਼ੀ ਹਰਡ ਹਿਜ਼ ਸਟੈਪਸ ਔਨ ਹਰ ਸਟੇਅਰਵੇ, ਜਦ ਉਹਨੇ ਸੀੜੀਆਂ ਦੇ ਉੱਤੇ ਜਿਮ ਦੇ ਆਉਣ ਦੀ ਆਹਟ ਸੁਣੀ, ਸ਼ੀ ਟਰਨਡ ਵਾਈਟ ਫॉर ਅ ਮੋਮੈਂਟ। ਇੱਕ ਪਲ ਲਈ ਉਹ ਡਰ ਗਈ। ਸ਼ੀ ਪ੍ਰੇਡ ਟੂ ਗੋਡ ਟੂ ਮੇਕ ਜਿਮ ਥਿੰਕ ਦੈਟ ਸ਼ੀ ਵਾਜ਼ ਸਟਿਲ ਪ੍ਰੀਟੀ। ਉਹ ਭਗਵਾਨ ਨੂੰ ਪ੍ਰੇ ਕਰਨ ਲੱਗੀ ਕਿ ਜਿਮ ਹਾਲੇ ਵੀ ਇਹੀ ਸੋਚੇ ਕਿ ਉਹ ਬਹੁਤ ਖੂਬਸੂਰਤ ਹੈ। ਦ ਡੋਰ ਓਪਨਡ ਐਂਡ ਜਿਮ ਸਟੀਡ ਇਨ। ਦਰਵਾਜ਼ਾ ਖੁੱਲ੍ਹਿਆ ਔਰ ਜਿਮ ਅੰਦਰ ਆਇਆ। ਹਿਜ਼ ਆਈਜ਼ ਵਰ ਫਿਕਸਡ ਅਪੋਨ ਡੇਲਾ। ਉਹਦੀਆਂ ਅੱਖਾਂ ਡੇਲਾ ਦੇ ਉੱਤੇ ਹੀ ਜਾ ਖੜੀਆਂ ਹੋਈਆਂ। ਦੇਅਰ ਵਾਜ਼ ਐਨ ਐਕਸਪ੍ਰੈਸ਼ਨ ਇਨ ਹਿਜ਼ ਆਈਜ਼ ਦੈਟ ਡੇਲਾ ਕੁਡ ਨੋਟ ਰੀਡ। ਉਸ ਦੀਆਂ ਅੱਖਾਂ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਐਕਸਪ੍ਰੈਸ਼ਨ ਸੀ ਕਿ ਜਿਸ ਨੂੰ ਡੇਲਾ ਰੀਡ ਨਹੀਂ ਕਰ ਪਾਈ। ਸ਼ੀ ਵਾਜ਼ ਟੈਰੀਫਾਈਡ। ਉਹ ਬਹੁਤ ਜ਼ਿਆਦਾ ਡਰ ਗਈ। ਹੀ ਸਿੰਪਲੀ ਸਟੇਅਰਡ ਐਟ ਹਰ ਫਿਕਸਡਲੀ। ਉਹ ਲਗਾਤਾਰ ਉਸਨੂੰ ਹੀ ਘੂਰਦਾ ਰਿਹਾ। ਡੇਲਾ ਵੈਂਟ ਕਲੋਜ਼ ਟੂ ਹਿਮ ਐਂਡ ਆਸਕਡ ਹਿਮ ਨੋਟ ਟੂ ਲੁੱਕ ਐਟ ਹਰ ਦੈਟ ਵੇ। ਡੇਲਾ ਉਸਦੇ ਨਜ਼ਦੀਕ ਆਈ ਔਰ ਉਸਨੂੰ ਕਿਹਾ ਕਿ ਉਹ ਇਸ ਵੇ ਨਾਲ ਉਸਨੂੰ ਨਾ ਵੇਖੇ। ਸ਼ੀ ਕੁਡ ਨੋਟ ਲਿਵ ਥਰੂ ਕ੍ਰਿਸਮਸ ਵਿਦਾਊਟ ਗਿਵਿੰਗ ਹਿਮ ਅ ਪ੍ਰੈਜ਼ੈਂਟ। ਉਹ ਨਹੀਂ ਚਾਹੁੰਦੀ ਸੀ ਕਿ ਕ੍ਰਿਸਮਸ 'ਤੇ ਉਹ ਉਸਨੂੰ ਕੋਈ ਪ੍ਰੈਜ਼ੈਂਟ ਦਿੱਤੇ ਬਿਨਾਂ ਹੀ ਸਪੈਂਡ ਕਰੇ। ਦੈਟ ਵਾਜ਼ ਦ ਰੀਜ਼ਨ ਬਾਏ ਸ਼ੀ ਹੈਡ ਸੋਲਡ ਹਰ ਹੇਅਰ। ਇਹੀ ਕਾਰਨ ਸੀ ਕਿ ਉਸਨੇ ਆਪਣੇ ਬਾਲ ਵੇਚਤੇ। ਸ਼ੀ ਅਸ਼ੋਰਡ ਹਿਮ ਦੈਟ ਹਰ ਹੇਅਰ ਗ੍ਰਿਊ ਵੈਰੀ ਫਾਸਟ। ਉਸਨੇ ਉਹਨੂੰ ਯਕੀਨ ਦਿਵਾਇਆ ਕਿ ਉਸਦੇ ਬਾਲ ਬਹੁਤ ਜਲਦੀ ਬੜੇ ਹੋ ਜਾਂਦੇ ਨੇ। ਸ਼ੀ ਵਿਸ਼ਡ ਹਿਮ ਮੈਰੀ ਕ੍ਰਿਸਮਸ ਐਂਡ ਟੋਲਡ ਹਿਮ ਦੈਟ ਸ਼ੀ ਹੈਡ ਗੋਟ ਅ ਵੈਰੀ ਨਾਈਸ ਗਿਫਟ ਫॉर ਹਿਮ। ਉਸਨੇ ਉਸਨੂੰ ਕ੍ਰਿਸਮਸ ਵਿਸ਼ ਕੀਤਾ ਔਰ ਕਿਹਾ ਕਿ ਉਹ ਉਸਦੇ ਲਈ ਇੱਕ ਬਹੁਤ ਹੀ ਪਿਆਰਾ ਗਿਫਟ ਲੈ ਕੇ ਆਈ ਹੈ। ਜਿਮ ਹੈਡ ਨੋਟ ਬੀਨ ਏਬਲ ਟੂ ਰਿਅਲਾਈਜ਼ ਦੈਟ ਡੇਲਾ ਹੈਡ ਸੋਲਡ ਹੇਅਰ। ਜਿਮ ਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਡੇਲਾ ਨੇ ਆਪਣੇ ਹੇਅਰ ਵੇਚਤੇ। ਹੀ ਡਰਿਊ ਏ ਪੈਕੇਟ ਫਰੋਮ ਹਿਜ਼ ਪੋਕੇਟ। ਉਸਨੇ ਆਪਣੀ ਜੇਬ ਦੇ ਵਿੱਚੋਂ ਇੱਕ ਪੈਕੇਟ ਕੱਢਿਆ ਐਂਡ ਥ੍ਰਿਊ ਇਟ ਅਪੋਨ ਦਾ ਟੇਬਲ। ਔਰ ਉਹਨੂੰ ਟੇਬਲ ਦੇ ਉੱਤੇ ਫੈਂਕਤਾ। ਡੇਲਾ ਓਪਨਡ ਇਟ। ਉਸਨੇ ਉਹਨੂੰ ਖੋਲ੍ਹਿਆ। ਸ਼ੀ ਵਾਜ਼ ਓਵਰਜੋਇਡ। ਉਹ ਬਹੁਤ ਖੁਸ਼ ਸੀ। ਬਟ ਸੂਨ ਹਰ ਆਈਜ਼ ਵਰ ਫਿਲਡ ਵਿਦ ਟੀਅਰਸ। ਪਰ ਜਲਦੀ ਹੀ ਉਸਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਜਿਮਸ ਕ੍ਰਿਸਮਸ ਗਿਫਟ ਫॉर ਹਰ ਵਾਜ਼ ਅ ਸੈਟ ਆਫ ਬਿਊਟੀਫੁਲ ਕੋਮਸ ਦੈਟ ਡੇਲਾ ਹੈਡ worshipped for long without the least hope of ever possessing them। ਜਿਮ ਦਾ ਜੋ ਕ੍ਰਿਸਮਸ ਗਿਫਟ ਉਹਦੇ ਲਈ ਸੀ ਉਹ ਇੱਕ ਬਹੁਤ ਹੀ ਸੋਹਣਾ ਕੋਮਸ ਦਾ ਇੱਕ ਪੇਅਰ ਸੀ ਜੋ ਕਿ ਡੇਲਾ ਕਾਫੀ ਟਾਈਮ ਤੋਂ ਵਿਸ਼ ਕਰ ਰਹੀ ਸੀ ਕਿ ਉਹ ਉਸਦੇ ਕੋਲ ਹੋਵੇ। ਨਾਓ ਦੈਟ ਦ ਹੇਅਰ ਹੈਡ ਗੋਨ ਦ ਕੋਮਸ ਵਰ ਯੂਜ਼ਲੈਸ ਟੂ ਹਰ। ਕਿਉਂਕਿ ਹੁਣ ਉਸਦੇ ਬਾਲ ਚਲੇ ਗਏ ਤਾਂ ਇਹ ਕੋਮਸ ਵੀ ਉਹਦੇ ਲਈ ਯੂਜ਼ਲੈਸ ਸਨ। ਹਾਊਐਵਰ ਸ਼ੀ ਟਰਾਈਡ ਟੂ ਸਮਾਈਲ। ਫਿਰ ਵੀ ਉਹਨੇ ਸਮਾਈਲ ਕਰਨ ਦੀ ਕੋਸ਼ਿਸ਼ ਕੀਤੀ। ਐਂਡ ਅਸ਼ੋਰਡ ਜਿਮ ਅਗੇਨ ਦੈਟ ਹਰ ਹੇਅਰ ਗ੍ਰਿਊ ਵੈਰੀ ਫਾਸਟ। ਔਰ ਜਿਮ ਨੂੰ ਦੁਬਾਰਾ ਯਕੀਨ ਦਿਵਾਇਆ ਕਿ ਉਸਦੇ ਬਾਲ ਬਹੁਤ ਜਲਦੀ ਬੜੇ ਹੋ ਜਾਂਦੇ ਨੇ। ਜਿਮ ਹੈਡ ਨੋਟ ਯੈਟ ਸੀਨ ਹਿਜ਼ ਬਿਊਟੀਫੁਲ ਪ੍ਰੈਜ਼ੈਂਟ। ਜਿਮ ਨੇ ਹਾਲੇ ਤੱਕ ਡੇਲਾ ਦਾ ਦਿੱਤਾ ਹੋਇਆ ਆਪਣਾ ਬਿਊਟੀਫੁਲ ਪ੍ਰੈਜ਼ੈਂਟ ਨਹੀਂ ਵੇਖਿਆ ਸੀ। ਡੇਲਾ ਹੈਲਡ ਇਟ ਆਊਟ ਟੂ ਹਿਮ। ਡੇਲਾ ਨੇ ਉਸਨੂੰ ਉਹ ਪ੍ਰਾਈਜ਼ ਦਿੱਤਾ। ਸ਼ੀ ਸੈਡ ਯੂ ਵਿਲ ਹੈਵ ਟੂ ਲੁੱਕ ਐਟ ਦ ਵਾਚ 100 times a day ਨਾਓ। ਅੱਜ ਤੂੰ ਆਪਣੀ ਘੜੀ ਨੂੰ 100 ਵਾਰ ਬਾਰ-ਬਾਰ ਵੇਖੇਂਗਾ। ਸ਼ੀ ਆਸਕਡ ਹਿਮ ਟੂ ਗਿਵ ਹਰ ਹਿਜ਼ ਵਾਚ। ਉਸਨੇ ਉਸਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੀ ਵਾਚ ਦਿਓ। ਸ਼ੀ ਵਾਂਟਡ ਟੂ ਸੀ ਹਾਊ ਦ ਚੇਨ ਲੁਕਡ ਔਨ ਇਟ। ਕਿਉਂਕਿ ਉਹ ਦੇਖਣਾ ਚਾਹੁੰਦੀ ਸੀ ਕਿ ਇਹ ਚੇਨ ਉਸਦੇ ਉੱਤੇ ਕਿਸ ਤਰ੍ਹਾਂ ਦੀ ਦਿਖਦੀ ਹੈ। ਜਿਮ ਟੰਬਲ ਡਾਊਨ ਔਨ ਦ ਕਾਊਚ। ਜਿਮ ਸੋਫੇ ਦੇ ਉੱਤੇ ਗਿਰ ਗਿਆ। ਹੀ ਪੁੱਟ ਹਿਜ਼ ਹੈਂਡਸ ਅੰਡਰ ਦ ਬੈਕ ਆਫ ਹਿਜ਼
ਹੈਡ ਐਂਡ ਸਮਾਈਲ। ਉਸਨੇ ਆਪਣਾ ਹੱਥ ਆਪਣੇ ਸਿਰ ਦੇ ਪਿੱਛੇ ਰੱਖਿਆ ਅਤੇ ਹੱਸਣ ਲੱਗਿਆ। He disclosed that he had sold the watch to get the money to buy her combs। ਉਸਨੇ ਦੱਸਿਆ ਕਿ ਉਸਨੇ combs ਦਾ ਪੇਅਰ ਖਰੀਦਣ ਦੇ ਲਈ ਆਪਣੀ ਉਸ ਵੋਚ ਨੂੰ ਵੇਚਤਾ। Thus like Della, Jim too had made a great sacrifice to buy a gift। ਇਸ ਤਰ੍ਹਾਂ ਡੇਲਾ ਦੀ ਤਰ੍ਹਾਂ ਜਿਮ ਨੇ ਵੀ ਇੱਕ ਗਿਫਟ ਖਰੀਦਣ ਦੇ ਲਈ ਬਹੁਤ ਵੱਡਾ ਸੈਕਰੀਫਾਈਸ ਕੀਤਾ। Although their presents could not be of any use, ਕਿਉਂਕਿ ਹੁਣ ਉਹਨਾਂ ਦੋਨਾਂ ਦੇ ਹੀ ਪ੍ਰੈਜ਼ੈਂਟਸ ਇੱਕ ਦੂਸਰੇ ਲਈ ਕੋਈ ਕੰਮ ਦੇ ਨਹੀਂ ਸੀ। their love for each other certainly grew deeper, ਬਟ ਉਹਨਾਂ ਦਾ ਪਿਆਰ ਇੱਕ ਦੂਜੇ ਦੇ ਲਈ ਬਹੁਤ ਜ਼ਿਆਦਾ ਵੱਧ ਗਿਆ। ਇਹ ਸਟੋਰੀ ਸੀ ਬੇਟਾ ਦ ਗਿਫਟ ਆਫ ਦ ਮੈਗੀ। ਇਸ ਦੇ 2 ਕੁਐਸਚਨਸ ਉਹਨੇ ਅਟੈਂਪਟ ਕਰਨੇ ਨੇ। ਫਸਟ ਇਜ਼ ਥੀਮ ਆਫ ਦ ਸਟੋਰੀ ਐਂਡ ਸੈਕਿੰਡ ਇਜ਼ ਹਾਊ ਜਿਮ ਐਂਡ ਡੇਲਾ ਮੇਡ ਸੈਕਰੀਫਾਈਸ ਫॉर ਈਚ ਅਦਰ, ਡਿਸਕ੍ਰਾਈਬ ਬਰੀਫਲੀ। ਪਲੱਸ 2 ਲੌਂਗ ਕੁਐਸਚਨਸ ਦੇ ਨਾਲ ਤੁਸੀਂ ਇਸ ਦੇ ਸ਼ਾਰਟ ਕੁਐਸਚਨਸ ਵੀ ਅਟੈਂਪਟ ਕਰੋਗੇ। ਨਾਓ ਵੀ ਵਿਲ ਰੀਡ 6th ਸਟੋਰੀ ਦ ਆਂਟ ਐਂਡ ਦ ਗ੍ਰਾਸ hopper। The Ant and the Grasshopper is a very beautiful story written by W. Somerset Maugham। This story is about hardworking and idle persons। ਇਹਦੇ ਵਿੱਚ ਇਹ ਥੀਮ ਹੈ ਕਿ ਕਿਸ ਤਰ੍ਹਾਂ ਜੋ ਇਹ ਕਹਾਣੀ ਹੈ ਕਿ ਜੋ ਹਾਰਡ ਵਰਕਿੰਗ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਮਿਲਦਾ ਹੈ, ਇਹ ਰੋਂਗ ਹੈ। ਇੱਕ ਸਟੋਰੀ ਹੈ 2 ਬ੍ਰਦਰਸ ਦੀ, ਜੋਰਜ ਐਂਡ ਟੌਮ, ਜਿਨ੍ਹਾਂ ਦੇ ਥਰੂ ਆਪਾਂ ਨੂੰ ਇਸ ਸਟੋਰੀ ਦਾ ਥੀਮ ਦਿਖਾਇਆ ਗਿਆ ਹੈ। ਫਸਟਲੀ ਇੰਟਰੋਡਕਸ਼ਨ। The story The Ant and the Grasshopper disprove the common belief that hard work pay and idleness is punished। ਇਹ ਕਹਾਣੀ ਦ ਆਂਟ ਐਂਡ ਦ ਗ੍ਰਾਸ ਹੋਪਰ ਇਸ ਗੱਲ ਨੂੰ ਡਿਸਅਪਰੂਵ ਕਰਦੀ ਹੈ ਕਿ ਹਮੇਸ਼ਾ ਮਿਹਨਤ ਨੂੰ ਫਲ ਮਿਲਦਾ ਹੈ ਔਰ ਜੋ ਨਿਕੰਮੇ ਅਤੇ ਆਲਸੀ ਹੁੰਦੇ ਨੇ ਉਹਨਾਂ ਨੂੰ ਸਜ਼ਾ ਮਿਲਦੀ ਹੈ। ਲਾਈਕ ਦ ਆਂਟ, ਇੱਕ ਚੀਂਟੀ ਦੀ ਤਰ੍ਹਾਂ ਦ ਐਲਡਰ ਬ੍ਰਦਰ ਜੋਰਜ, ਜੋ ਬੜਾ ਭਾਈ ਹੈ ਜੋਰਜ, ਲੀਡ ਅ ਹਾਰਡ ਵਰਕਿੰਗ ਲਾਈਫ। ਉਹ ਇੱਕ ਮਿਹਨਤ ਦੀ ਜ਼ਿੰਦਗੀ ਜਿਉਂਦਾ ਹੈ। ਹੀ ਵਾਂਟਸ ਟੂ ਰਿਟਾਇਰ ਵਿਦ ਅ ਸਮੋਲ ਇਨਕਮ। ਉਹ ਚਾਹੁੰਦਾ ਕਿ ਜਦੋਂ ਉਹ ਰਿਟਾਇਰ ਹੋਵੇ ਤਾਂ ਉਹਦੇ ਕੋਲ ਕੁਝ ਪੈਸੇ ਹੋਣ। ਲਾਈਕ ਦ ਗ੍ਰਾਸ ਹੋਪਰ, ਬਟ ਇੱਕ ਟਿੱਡੇ ਦੀ ਤਰ੍ਹਾਂ ਦ ਯੰਗਰ ਬ੍ਰਦਰ ਟੌਮ, ਛੋਟਾ ਭਾਈ ਟੌਮ, ਹੈਜ਼ ਸਪੈਂਟ ਹਿਜ਼ ਲਾਈਫ ਇਨ ਆਈਡਲ ਪਰਸਿਊਟਸ। ਉਹ ਆਪਣੀ ਸਾਰੀ ਜ਼ਿੰਦਗੀ ਆਲਸ ਦੇ ਵਿੱਚ ਗੁਜ਼ਾਰਦਾ ਹੈ। ਹੀ ਸਡਨਲੀ ਬਿਕਮਸ ਵੈਰੀ ਰਿਚ, ਪਰ ਫਿਰ ਵੀ ਉਹ ਅਮੀਰ ਹੋ ਜਾਂਦਾ ਹੈ। ਦਸ ਦ ਐਂਗਰ ਆਫ ਦ ਐਲਡਰ ਬ੍ਰਦਰ ਇਜ਼ ਜਸਟੀਫਾਈਡ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜੋ ਬੜੇ ਭਾਈ ਨੂੰ ਗੁੱਸਾ ਆਉਂਦਾ ਹੈ ਕਿ ਉਹ ਸਾਰੀ ਉਮਰ ਹਾਰਡ ਵਰਕ ਕਰਿਆ ਉਸਨੇ, ਫਿਰ ਵੀ ਉਹ ਇੱਕ ਸਮੋਲ ਇਨਕਮ ਵੀ ਅਰਨ ਨਹੀਂ ਕਰ ਪਾਇਆ, ਉਹ ਇੱਕ ਸੱਚਾ ਸਾਬਿਤ ਹੁੰਦਾ। ਨਾਓ ਸਮਰੀ। ਜੋਰਜ ਰਾਮਸੇ ਐਂਡ ਟੌਮ ਸੇ were 2 brothers। ਜੋਰਜ ਰਾਮਸੇ ਐਂਡ ਟੌਮ ਰਾਮਸੇ ਦੋਨੋਂ ਭਾਈ ਨੇ। ਦੇ ਬਿਲੋਂਗ ਟੂ ਅ ਰਿਸਪੈਕਟੇਬਲ ਫੈਮਿਲੀ, ਦੋਨੋਂ ਇੱਕ ਬਹੁਤ ਅੱਛੀ ਫੈਮਿਲੀ ਤੋਂ ਬਿਲੋਂਗ ਕਰਦੇ ਨੇ। ਜੋਰਜ ਵਾਜ਼ ਐਲਡਰ ਬਾਈ 1 year। ਜੋਰਜ ਟੌਮ ਤੋਂ 1 ਸਾਲ ਵੱਡਾ ਹੈ। ਹੀ ਵਾਜ਼ ਹਾਰਡ ਵਰਕਿੰਗ, ਸਿੰਸੀਅਰ ਐਂਡ ਰੈਗੂਲਰ ਇਨ ਹਿਜ਼ work। He was like the ant that spent a summer of hard labor in order to gather its store for winter। ਉਹ ਇੱਕ ਚੀਂਟੀ ਦੀ ਤਰ੍ਹਾਂ ਹੈ ਜੋ ਕਿ ਸਾਰੀ ਗਰਮੀ ਮਿਹਨਤ ਕਰਦੀ ਹੈ ਤਾਂ ਕਿ ਉਹ ਇੰਨਾ ਗ੍ਰੇਨ ਸਟੋਰ ਕਰ ਲੇ ਕਿ ਉਹਨੂੰ ਸਰਦੀ ਦੇ ਵਿੱਚ ਕੁਝ ਵੀ ਕਰਨਾ ਨਾ ਪਵੇ। ਟੌਮ ਔਨ ਦ ਅਦਰ ਹੈਂਡ ਵਾਜ਼ ਲਾਈਕ ਦ ਗ੍ਰਾਸ ਹੋਪਰ। ਉਸ ਦੂਸਰੀ ਤਰਫ ਜੋ ਟੌਮ ਹੈ ਉਹ ਇੱਕ ਗ੍ਰਾਸ ਹੋਪਰ ਟਿੱਡੇ ਦੀ ਤਰ੍ਹਾਂ ਹੈ ਦੈਟ ਸਿੰਗਸ ਆਲ ਡੇ ਐਂਡ ਨਾਈਟ ਡਿਊਰਿੰਗ ਸਮਰ, ਜੋ ਕਿ ਸਾਰੀ ਗਰਮੀ ਸਾਰਾ ਦਿਨ ਔਰ ਰਾਤ ਸਿਰਫ ਗਾਣ ਦੇ ਵਿੱਚ ਹੀ ਸਪੈਂਡ ਕਰਦਾ ਹੈ। ਹਾਊ ਐਵਰ ਅਨਲਾਈਕ ਦ ਗ੍ਰਾਸ ਹੋਪਰ, ਟੌਮ ਡਿਡ ਨੋਟ ਹੈਵ ਟੂ ਸਫਰ ਇਨ ਦ ਵਿੰਟਰ ਆਫ ਹਿਜ਼ ਲਾਈਫ। ਪਰ ਗ੍ਰਾਸ ਹੋਪਰ ਦੀ ਹੀ ਤਰ੍ਹਾਂ ਟੌਮ ਨੂੰ ਵੀ ਆਪਣੀ ਸਾਰੀ ਸਰਦੀ ਦੀ ਰੀਤੂ, ਜੋ ਸਰਦੀ ਦਾ ਮੌਸਮ ਹੈ, ਉਸ 'ਚ ਸਫ਼ਰ ਨਹੀਂ ਕਰਨਾ ਪੈਂਦਾ। ਜੋਰਜ ਸਪੈਂਟ ਅ ਵੈਰੀ ਰੈਗੂਲਰ ਲਾਈਫ। ਹੀ ਵਰਕਡ ਹਾਰਡ ਇਨ ਹਿਜ਼ ਆਫਿਸ। ਹੀ ਵਾਜ਼ ਅ ਗੁੱਡ ਹਸਬੈਂਡ ਐਂਡ ਗੁੱਡ ਫਾਦਰ। ਉਹ ਬਹੁਤ ਹੀ ਜ਼ਿਆਦਾ ਰੈਗੂਲਰ ਲਾਈਫ ਜੀ ਰਿਹਾ ਹੈ। ਜੋਰਜ ਬਹੁਤ ਹੀ ਪੰਚੁਅਲ ਹੈ, ਹਾਰਡ ਵਰਕਿੰਗ ਹੈ, ਇੱਕ ਅੱਛਾ ਹਸਬੈਂਡ ਔਰ ਇੱਕ ਅੱਛਾ ਫਾਦਰ ਹੈ। He saved 1/3 of his income। He planned to retire at 55 to a little house in the rural area। ਉਸ ਦਾ ਸੁਪਨਾ ਹੈ ਕਿ ਉਹ ਰਿਟਾਇਰਮੈਂਟ ਹੋਵੇ
ਉਸਦੀ 55 ਈਅਰ ਦੇ ਵਿੱਚ ਉਸ ਟਾਈਮ ਉਹਦੇ ਕੋਲ ਇੱਕ ਛੋਟਾ ਜਿਹਾ ਘਰ ਹੋਵੇ ਇੱਕ ਬਹੁਤ ਹੀ ਅੱਛੇ ਏਰੀਏ ਦੇ ਵਿੱਚ। ਹੀ ਪ੍ਰਪੋਜ਼ ਟੂ ਕਲਟੀਵੇਟ ਹਿਜ਼ ਗਾਰਡਨ ਐਂਡ ਪਲੇ ਗੋਲਫ ਦੇਅਰ। ਉਸ ਦਾ ਸੁਪਨਾ ਹੈ ਕਿ ਉਹ ਉੱਥੇ ਇੱਕ ਛੋਟਾ ਜਿਹਾ ਗਾਰਡਨ ਬਣਾਊਗਾ ਔਰ ਗੋਲਫ ਖੇਲੂਗਾ। ਹਿਜ਼ ਲਾਈਫ ਵਾਜ਼ ਬਲੇਮਲੈਸ। ਉਹਦੀ ਲਾਈਫ ਬਿਲਕੁਲ ਬਲੇਮਲੈਸ ਹੈ, ਉਸਦੇ ਉੱਪਰ ਕੋਈ ਵੀ ਬਲੇਮ ਨਹੀਂ ਹੈ। ਹੀ ਹੋਪ ਟੂ ਪਾਸ ਹਿਜ਼ ਲਾਈਫ ਇਨ ਅ ਕੇਅਰ ਫਰੀ ਮੈਨਰ ਆਫਟਰ ਹਿਜ਼ ਰਿਟਾਇਰਮੈਂਟ। ਉਹ ਉਮੀਦ ਕਰਦਾ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਉਹ ਇੱਕ ਬਿਲਕੁਲ ਕੇਅਰ ਫਰੀ ਲਾਈਫ ਜਿਊਗਾ। ਹੀ ਹੋਪ ਟੂ ਸੇਵ 30,000 ਪਾਊਂਡਸ ਬਿਫੋਰ ਦੈਟ ਟਾਈਮ। ਉਸਨੂੰ ਉਮੀਦ ਹੈ ਕਿ ਰਿਟਾਇਰਮੈਂਟ ਤੋਂ ਪਹਿਲਾਂ ਕਮ ਸੇ ਕਮ ਉਹ 30,000 ਪਾਊਂਡਸ ਅਰਨ ਔਰ ਸੇਵ ਕਰ ਲੂਗਾ। ਟੌਮ ਰਾਮਸੇ ਦਾ ਯੰਗਰ ਬ੍ਰਦਰ ਹੇਟਡ ਰੈਗੂਲਰ ਵਰਕ ਐਂਡ ਰੈਗੂਲਰ ਲਾਈਫ। ਜੋ ਕਿ ਉਹਦਾ ਬ੍ਰਦਰ ਟੌਮ ਰਾਮਸੇ ਹੈ ਉਹ ਬਿਲਕੁਲ ਉਸ ਤੋਂ ਓਪੋਜ਼ਿਟ ਹੈ। ਉਹ ਰੈਗੂਲਰ ਵਰਕ ਔਰ ਰੈਗੂਲਰ ਲਾਈਫ ਨਹੀਂ ਜੀਣਾ ਚਾਹੁੰਦਾ। ਹੀ always wanted to enjoy himself. He had an attractive personality. He was healthy and carefree. Although he was 46 years old, he looked like a man of 35. ਉਹ ਬਹੁਤ ਹੀ ਹੈਲਦੀ ਔਰ ਕੇਅਰਫਰੀ ਲਾਈਫ ਜੀਣਾ ਚਾਹੁੰਦਾ ਹੈ। ਉਹ 46 ਦੀ ਏਜ ਦੇ ਵਿੱਚ ਵੀ 35 ਦੀ ਏਜ ਦਾ ਦਿਖਦਾ ਹੈ। ਟੌਮ ਬਿਗੇਨ ਹਿਜ਼ ਲਾਈਫ ਇਨ ਅ ਡੀਸੈਂਟ ਵੇ। ਉਸਨੇ ਆਪਣੀ ਜ਼ਿੰਦਗੀ ਇੱਕ ਬਹੁਤ ਹੀ ਅੱਛੇ ਤਰੀਕੇ ਨਾਲ ਸ਼ੁਰੂ ਕੀਤੀ। ਹੀ ਵੈਂਟ ਇਨ ਟੂ ਬਿਜ਼ਨਸ, ਮੈਰਿਡ ਐਂਡ ਹੈਡ 2 ਚਿਲਡਰਨ। ਉਸਨੇ ਆਪਣਾ ਬਿਜ਼ਨਸ ਸ਼ੁਰੂ ਕੀਤਾ, ਵਿਆਹ ਕੀਤਾ ਅਤੇ ਉਸਦੇ ਅੱਜ 2 ਬੱਚੇ ਹਨ। One day he suddenly announced that he did not like work and he was not fit for marriage. ਇੱਕ ਦਿਨ ਉਸਨੇ ਅਚਾਨਕ ਇਹ ਗੱਲ ਅਨਾਊਂਸ ਕੀਤੀ ਕਿ ਉਹ ਕੰਮ ਨਹੀਂ ਕਰਨਾ ਚਾਹੁੰਦਾ ਔਰ ਨਾ ਹੀ ਉਹ ਮੈਰਿਜ ਦੇ ਲਈ ਫਿੱਟ ਹੈ। ਸੋ ਹੀ ਲੈਫਟ ਹਿਜ਼ ਵਾਈਫ ਐਂਡ ਹਿਜ਼ ਆਫਿਸ। ਇਸ ਲਈ ਉਸਨੇ ਆਪਣਾ ਕੰਮ ਔਰ ਆਪਣੀ ਪਤਨੀ ਦੋਨਾਂ ਨੂੰ ਹੀ ਛੱਡਤਾ। ਹੀ ਸਪੈਂਡ 2 ਹੈਪੀ ਆਵਰਸ ਇਨ ਡਿਫਰੈਂਟ ਕੈਪੀਟਲਸ ਆਫ ਯੂਰੋਪ। ਪੂਰੇ 2 ਸਾਲ ਉਸਨੇ ਬਹੁਤ ਹੀ ਖੁਸ਼ੀ ਦੇ ਵਿੱਚ ਯੂਰੋਪ ਦੇ ਅਲੱਗ-ਅਲੱਗ ਕੈਪੀਟਲਸ ਦੇ ਵਿੱਚ ਸਪੈਂਡ ਕੀਤੇ। ਹੀ ਬੋਰਡ ਮਨੀ ਫਰੀਲੀ। ਲੋਕਾਂ ਤੋਂ ਉਸਨੇ ਖੁੱਲ੍ਹੇਆਮ ਪੈਸੇ ਉਧਾਰ ਲਏ। ਵੈਨਐਵਰ ਟੌਮ ਨੀਡਡ ਮਨੀ ਹੀ ਬਲੈਕਮੇਲਡ ਜੌਰਜ। ਜਦ ਵੀ ਉਹਨੂੰ ਪੈਸੇ ਦੀ ਲੋੜ ਹੁੰਦੀ ਉਹ ਆਪਣੇ ਬੜੇ ਬ੍ਰਦਰ ਜੌਰਜ ਨੂੰ ਬਲੈਕਮੇਲ ਕਰਦਾ। ਐਵਰੀ ਟਾਈਮ ਜੌਰਜ ਹੈਲਪਡ ਹਿਮ ਇਨ ਦਾ ਹੋਪ ਦੈਟ ਟੌਮ ਵੁੱਡ ਚੇਂਜ ਹਿਜ਼ ਵੇਜ਼। ਹਰ ਵਾਰ ਜੌਰਜ ਉਸਦੀ ਹੈਲਪ ਕਰਦਾ ਇਹ ਸੋਚ ਕੇ ਕਿ ਟੌਮ ਸੁਧਰ ਜੂਗਾ। ਜੌਰਜ ਵੈਂਟ ਔਨ ਗਿਵਿੰਗ ਹਿਮ ਮਨੀ ਔਨ ਟੌਮਸ ਫਾਲਸ ਪ੍ਰੋਮਿਸਿਸ। ਜੌਰਜ ਉਸਨੂੰ ਟੌਮ ਉਸਦੇ ਝੂਠੇ ਵਾਅਦਿਆਂ ਦੇ ਉੱਤੇ ਕਿ ਮੈਂ ਅੱਗੇ ਤੋਂ ਵੀ ਮਤਲਬ ਇਹ ਵਰਕ ਨਹੀਂ ਕਰੂੰਗਾ ਉਸਨੂੰ ਪੈਸੇ ਦੇ ਦਿੰਦਾ। ਟੌਮ ਵੈਂਟ ਔਨ ਵੇਸਟਿੰਗ ਮਨੀ ਫਰੀਲੀ। ਇਸ ਤਰ੍ਹਾਂ ਟੌਮ ਫਰੀ ਹੋ ਕੇ ਆਪਣਾ ਸਾਰਾ ਪੈਸਾ ਬਰਬਾਦ ਕਰਦਾ ਰਿਹਾ। Once George was shocked to see his brother working as a taxi driver outside his club. ਇੱਕ ਵਾਰ ਜੌਰਜ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਕਿ ਉਸਦਾ ਬ੍ਰਦਰ ਟੌਮ ਇੱਕ ਕਲੱਬ ਦੇ ਬਾਹਰ ਟੈਕਸੀ ਡਰਾਈਵਰ ਦੇ ਰੂਪ 'ਚ ਵਰਕ ਕਰ ਰਿਹਾ ਹੈ। ਜੌਰਜ ਬੀਇੰਗ ਅ ਰਿਸਪੈਕਟੇਬਲ ਲਾਇਰ, ਕਿਉਂਕਿ ਜੌਰਜ ਇੱਕ ਬਹੁਤ ਹੀ ਇੱਜ਼ਤਦਾਰ ਵਕੀਲ ਸੀ, ਆਸਕ ਟੌਮ ਨੋਟ ਟੂ ਡੂ ਸੋ ਫॉर द ऑनर ऑफ द फैमिली। ਉਸਨੇ ਉਸਨੂੰ ਕਿਹਾ ਕਿ ਆਪਣੇ ਪਰਿਵਾਰ ਦੇ ਪਰਿਵਾਰ ਦੇ ਅਕੋਰਡਿੰਗ ਇਹ ਕੰਮ ਉਸਨੂੰ ਸੂਟ ਨਹੀਂ ਕਰਦਾ। ਹਾਊਐਵਰ ਟੌਮ ਸੈਡ ਦੈਟ ਸਰਵਿੰਗ ਇਨ ਏ ਬਾਰ ਔਰ ਡਰਾਈਵਿੰਗ ਏ ਟੈਕਸੀ ਵਾਜ਼ ਅ ਡੀਸੈਂਟ ਓਕਿਊਪੇਸ਼ਨ। ਬਟ ਟੌਮ ਨੇ ਕਿਹਾ ਕਿ ਇੱਕ ਬਾਰ ਦੇ ਵਿੱਚ ਕੰਮ ਕਰਨਾ ਜਾਂ ਇੱਕ ਟੈਕਸੀ ਡਰਾਈਵਰ ਦੇ ਰੂਪ 'ਚ ਕੰਮ ਕਰਨਾ ਇੱਕ ਬਹੁਤ ਹੀ ਅੱਛਾ ਪ੍ਰੋਫੈਸ਼ਨ ਹੈ। He was ready to give up his job if George was ready to give him a couple of £100. ਤਾਂ ਉਸਨੇ ਕਿਹਾ ਕਿ ਉਹ ਇਹ ਜੋਬ ਛੱਡ ਦੇਗਾ ਅਗਰ ਉਹ ਉਸਨੂੰ ਕੁਝ ਪਾਊਂਡਸ ਉਧਾਰ ਦਿੰਦਾ। ਜੌਰਜ ਹੈਡ ਟੂ ਗਿਵ ਦਿਸ ਅਮਾਊਂਟ ਫॉर द sake of the family honor। ਆਪਣੇ ਪਰਿਵਾਰ ਦੀ ਇੱਜ਼ਤ ਨੂੰ ਬਚਾਉਣ ਦੇ ਖਾਤਰ ਜੌਰਜ ਨੇ ਟੌਮ ਨੂੰ ਉਹ ਪੈਸੇ ਦੇਤੇ। Once Tom cheated a man named Cronshaw who decided to go to the court। ਇੱਕ ਵਾਰ ਟੌਮ ਨੇ ਇਸੇ ਤਰ੍ਹਾਂ ਹੀ ਪੈਸੇ ਲਈ ਇੱਕ ਆਦਮੀ ਨੂੰ ਚੀਟਡ ਕੀਤਾ ਜਿਸ ਨੇ ਕਿ ਧਮਕੀ ਦਿੱਤੀ ਕਿ ਉਹ ਡਿਸਾਈਡ ਕੀਤਾ ਕਿ ਉਹ ਕੋਰਟ ਦੇ ਵਿੱਚ ਕੇਸ ਨੂੰ ਲੈ ਕੇ ਜਾਊਗਾ। ਇਟ ਵਾਜ਼ ਸਰਟੇਨ ਦੈਟ ਟੌਮ ਵੁੱਡ ਗੋ ਟੂ ਜੇਲ। ਅਗਰ ਕੇਸ ਕੋਰਟ ਦੇ ਵਿੱਚ ਗਿਆ ਤਾਂ ਇਹ ਗੱਲ ਪੱਕੀ ਸੀ ਕਿ ਟੌਮ ਨੂੰ ਜੇਲ੍ਹ ਹੀ ਹੋਊਗੀ। ਸੋ ਜੌਰਜ ਪੇਡ ਕਰੌਨਸ਼ਾ £500 in order to settle the matter। ਇਸ ਲਈ ਜੌਰਜ ਨੇ ਆਪਣੀ ਫੈਮਿਲੀ ਦੀ ਇੱਜ਼ਤ ਨੂੰ ਬਚਾਉਣ ਦੇ ਲਈ ਉਸਨੂੰ £500 ਦਿੱਤੇ ਔਰ ਮਾਮਲੇ ਨੂੰ ਸੈਟਲ ਕੀਤਾ।
However, George was greatly upset to know that Tom and Cronshaw had gone together to Monte Carlo the moment they had ਕੈਸ਼ਡ ਦਾ ਚੈੱਕ। ਬਟ ਜੋਰਜ ਨੂੰ ਬਾਅਦ ਵਿੱਚ ਇਹ ਜਾਣ ਕੇ ਬਹੁਤ ਤਕਲੀਫ ਹੋਈ ਕਿ ਟੋਮ ਅਤੇ ਕਰੌਨਸ਼ਾ ਦੋਨਾਂ ਨੇ ਹੀ ਮਿਲ ਕੇ ਉਸਨੂੰ ਬੇਵਕੂਫ ਬਣਾਇਆ ਔਰ ਦੋਨੋਂ ਹੀ ਜਦੋਂ ਉਸਨੇ ਚੈੱਕ ਕੈਸ਼ ਹੋ ਗਿਆ ਚੈੱਕ ਔਰ ਦੋਨੋਂ ਹੀ ਉਹ ਇੰਜੋਏ ਕਰਨ ਲਈ ਮੌਂਟੀ ਕਾਰਲੋ ਚਲੇ ਗਏ। One day the author found George very upset। ਇੱਕ ਦਿਨ author ਨੂੰ George ਕਾਫੀ upset ਦਿਖਿਆ। He came to know from George that Tom had become engaged to a woman old enough to be his mother। ਉਸਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਟੋਮ ਨੇ ਇੱਕ ਅਜਿਹੀ ਔਰਤ ਨਾਲ ਵਿਆਹ ਕਰਵਾਇਆ ਜੋ ਕਿ ਉਸਦੀ ਹੀ ਮਦਰ ਦੀ ਏਜ ਦੀ ਹੈ। The woman died and left him everything she had। ਜਦੋਂ ਔਰਤ ਮਰ ਗਈ ਤਾਂ ਉਹ ਸਭ ਕੁਝ ਟੌਮ ਦੇ ਲਈ ਛੋੜ ਕੇ ਚਲੀ ਗਈ। It included £500,000, a yacht, a house in London and a house in the country। ਉਸਦੀ ਕਾਫੀ ਜ਼ਿਆਦਾ ਪ੍ਰੋਪਰਟੀ ਸੀ। ਜੋਰਜ ਫੈਲਟ ਦੈਟ ਇਟ ਵਾਜ਼ ਨੋਟ ਫੇਅਰ। ਉਸ ਟਾਈਮ ਜੋਰਜ ਨੂੰ ਫੀਲ ਹੋਇਆ ਕਿ ਇਹ ਚੀਜ਼ ਸਹੀ ਨਹੀਂ ਹੈ ਕਿ ਮੈਂ ਸਾਰੀ ਉਮਰ ਮਿਹਨਤ ਕਰਦਾ ਰਿਹਾ ਔਰ ਮੈਨੂੰ ਕੋਈ ਫਲ ਨਹੀਂ ਮਿਲਿਆ ਜਦ ਕਿ ਟੋਮ ਇੱਕ ਗ੍ਰਾਸ ਹੋਪਰ ਦੀ ਤਰ੍ਹਾਂ ਕੁਛ ਵੀ ਨਹੀਂ ਕਰਦਾ ਸਭ ਕੁਛ ਵੀ ਮਿਹਨਤ ਨਹੀਂ ਕਰਦਾ ਔਰ ਉਸਨੂੰ ਇੰਨਾ ਜ਼ਿਆਦਾ ਫਲ ਮਿਲਿਆ। ਤਾਂ ਇਸ ਸਟੋਰੀ ਦੇ ਵਿੱਚ ਆਪਾਂ ਥੀਮ ਔਰ ਜੋਰਜ ਔਰ ਟੋਮ ਦਾ ਕਰੈਕਟਰ ਸਕੈਚ ਪਲੱਸ ਸ਼ਾਰਟ ਨੋਟਸ ਨੂੰ ਅਟੈਂਪਟ ਕਰਾਂਗੇ। ਅਗਰ ਕੋਈ ਸਮਝ ਨਹੀਂ ਆਉਂਦਾ ਤਾਂ ਤੁਸੀਂ ਮੇਰੇ ਨਾਲ ਪਰਸਨਲੀ ਕਾਲ ਕਰਕੇ ਗੱਲ ਕਰ ਸਕਦੇ ਹੋ। ਥੈਂਕ ਯੂ।